ਹਰਕਿਰਤ ਸਿੰਘ ਬੱਲ ਵੱਲੋਂ ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁੱਡ ਮਾਰਨਿੰਗ ਸੰਗਤ ਵੇਖ ਰਹੇ ਸਾਰੇ ਹੀ ਸਰੋਤਿਆਂ ਦਾ, ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ। ਆਸ ਕਰਦੇ ਹਾਂ, ਉਮੀਦ ਕਰਦੇ ਹਾਂ ਸਾਰੇ ਹੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਚੜ੍ਹਦੀ ਕਲਾ ਵਿੱਚ ਹੋਵੋਗੇ। ਅੱਜ ਜਿਹੜੇ ਮਸਲੇ ਨੇ ਗੱਲਬਾਤ ਕਰਨ ਦੇ ਉਹ ਇਸ ਪ੍ਰਕਾਰ ਰਹਿਣਗੇ, ਜਿਹਦੇ ਵਿੱਚ ਸਾਡਾ ਮਸਲਿਆਂ ਦੇ ਵਿੱਚ ਜਿਹੜੇ ਵਿਸ਼ੇ ਨੇ ਉਹਨਾਂ ਵਿੱਚ ਕਿਸਾਨਾਂ ਵੱਲੋਂ ਸ਼ਾਹਬਾਦ ਦੇ ਥਾਣੇ ਦਾ ਜਿਹੜਾ ਘਿਰਾਓ ਕੀਤਾ ਗਿਆ, ਕਿਉਂ ਕੀਤਾ ਗਿਆ, ਇਸ ਦੇ ਬਾਰੇ ਗੱਲਬਾਤ ਕਰਾਂਗੇ। ਇਸ ਦੇ ਨਾਲ ਪੰਜਾਬ ਦੇ ਮੌਸਮ ਦੀ ਗੱਲਬਾਤ ਕੀਤੀ ਜਾਵੇਗੀ। ਭਾਵੇਂ ਵਾਢੀਆਂ ਦਾ ਸਮਾਂ, ਕਿਸਾਨਾਂ ਦੇ ਜਿਹੜੀ ਹਾਲਤ ਹੈ ਬੜੀ ਇਸ ਵੇਲੇ ਜਿਹੜੀ ਦਿਲ ਦੀ ਉਹਨਾਂ ਦੀ ਜੇ ਜਾਣੇ ਜਾਵੇ, ਬੜੇ ਮੌਸਮ ਦੇ ਲੈ ਕੇ ਦਿਲ ਦੀ ਹਾਲਤ ਬੜੀ ਜਿਹੜੀ ਚਿੰਤਾਜਨਕ ਬਣੀ ਹੋਈ ਹੈ। ਇਸ ਤੋਂ ਇਲਾਵਾ ਭਾਜਪਾ ਨੇ ਜਿਹੜਾ ਆਪਣਾ ਸਥਾਪਨਾ ਦਿਵਸ ਮਨਾਇਆ, ਕਿਵੇਂ ਰਿਹਾ ਪੰਜਾਬ ਦੇ ਵਿੱਚ, ਇਸ 'ਤੇ ਗੱਲਬਾਤ ਹੋਵੇਗੀ। ਇਸ ਤੋਂ ਇਲਾਵਾ ਮੁਖਤਾਰ ਅੰਸਾਰੀ ਦਾ ਜਿਹੜਾ ਵਿਸ਼ਾ ਚੱਲ ਰਿਹਾ ਉਸ 'ਤੇ ਜੰਮੂ ਜੀ ਦਾ ਦ੍ਰਿਸ਼ਟੀਕੋਣ ਵੀ ਆਪਾਂ ਜਾਣਾਂਗੇ। ਇਸ ਤੋਂ ਇਲਾਵਾ ਵਿਸਾਖੀ ਮੌਕੇ ਪਹਿਲਾਂ ਗੱਲਬਾਤ ਚੱਲ ਰਹੀ ਸੀ, ਜਿਹੜਾ ਜਥਾ ਜਾਣਾ ਹੈ ਪਾਕਿਸਤਾਨ ਦੇ ਵਿੱਚ ਸ਼ਰਧਾਲੂਆਂ ਦਾ, ਉਹਨਾਂ ਨੂੰ ਪ੍ਰਵਾਨਗੀ ਭਾਵੇਂ ਮਿਲ ਗਈ ਪਰ ਉਹਨਾਂ ਦਾ ਜਿਹੜਾ ਕਰੋਨਾ ਟੈਸਟ ਲਿਆ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਮੁੱਖ ਜਿਹੜੇ ਚੋਣ ਅਧਿਕਾਰੀ ਨੇ ਉਹਨਾਂ ਵੱਲੋਂ ਪੰਜਾਬ ਦੇ ਜਿਹੜੇ ਚੋਣ ਅਧਿਕਾਰੀ ਨੇ ਜਿਨ੍ਹਾਂ ਦੀ ਡਿਊਟੀ ਪਹਿਲੇ ਪੱਧਰ 'ਤੇ ਲੱਗਦੀ ਹੈ, ਉਹਨਾਂ ਨੂੰ ਤਿਆਰੀ ਦਾ ਹੁਕਮ ਦੇ ਦਿੱਤਾ ਗਿਆ। ਇਹਨਾਂ ਵਿਸ਼ਿਆਂ 'ਤੇ ਗੱਲਬਾਤ ਕਰਨ ਲਈ ਸਟੂਡੀਓ ਵੀ ਸਾਡੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਸਤਿਕਾਰਯੋਗ ਪੱਤਰਕਾਰ ਬਲਵਿੰਦਰ ਸਿੰਘ ਜੰਮੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। 2 ਦਿਨ ਦੀ ਗੈਰ ਹਾਜ਼ਰੀ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਤੇ ਕਿਵੇਂ ਰਿਹਾ ਜੀ ਤੁਹਾਡਾ ਦਿੱਲੀ ਦਾ ਜਿਹੜਾ ਉੱਥੇ ਜਾ ਕੇ ਤੁਸੀਂ ਬਾਰਡਰਾਂ 'ਤੇ ਸਰਗਰਮ ਰਹਿੰਦੇ ਹੋ, ਹਾਲਾਤਾਂ ਨੂੰ ਜਾਣਦੇ ਹੋ, ਸਾਡੇ ਦਰਸ਼ਕਾਂ ਨੂੰ ਪਹਿਲਾਂ ਉਹਦੇ ਬਾਰੇ ਜਾਣਕਾਰੀ ਦਿਓ ਜੀ। ਦੇਖੋ, ਇਸ ਵਾਰੀ ਤਾਂ ਜਿਹੜਾ ਸਾਡਾ ਆਪਣਾ ਇੰਡੀਅਨ ਜਰਨਲਿਸਟ ਯੂਨੀਅਨ ਦਾ ਸੀ ਉਹ ਕੰਮ ਸੀਗਾ, ਉਹ ਸੀਗੀ 14ਵੀਂ ਜਿਹੜੀ ਪ੍ਰੈਸ ਕਾਉਂਸਲ ਦੀ ਕੰਸਟੀਟਿਊਸ਼ਨ ਹੋਣੀ ਆ, ਉਹਦੇ ਲਈ ਅਸੀਂ ਆਪਣਾ ਦਾਅਵਾ ਪੇਸ਼ ਕਰਨਾ ਸੀ ਵਿੱਚ ਤਾਂ ਉਹ ਸੀਗਾ। ਪਰ ਉਸ ਅਰਸੇ ਦੌਰਾਨ ਵੱਖ-ਵੱਖ ਥਾਵਾਂ ਦੇ ਉੱਪਰ ਜਿੱਥੇ ਵੀ ਗਏ ਕਿਸਾਨੀ ਦੇ ਅੰਦੋਲਨ ਬਾਰੇ ਬੜੀ ਚਰਚਾ ਹੋਈ। ਕਿਸੇ ਨੇ ਪੁੱਛਿਆ ਵੀ ਤੁਸੀਂ ਇਹਦਾ ਫਿਊਚਰ ਕੀ ਦੇਖਦੇ ਹੋ, ਕਿਸੇ ਨੇ ਕੋਈ ਸਵਾਲ, ਮਤਲਬ ਜਿੰਨੇ ਕੁ ਦੋਸਤ ਮਿਲੇ ਉਹਨਾਂ ਨੇ ਕਿਸਾਨੀ ਅੰਦੋਲਨ ਬਾਰੇ ਸਵਾਲ ਜਵਾਬ ਕੀਤੇ। ਕਿਸੇ ਦੋਸਤ ਨੇ ਦੱਸਿਆ ਵੀ ਇਹੋ ਜਿਹਾ ਜਿਹੜਾ ਅੰਦੋਲਨ ਆ ਹੁਣ ਸਾਊਥ ਦੇ ਵਿੱਚ ਵੀ ਉਹ ਸ਼ੁਰੂ ਕਰਨ ਲੱਗੇ ਕਿਸਾਨ। ਸੋ ਇਹਦੇ ਬਾਰੇ ਚਰਚਾ ਜਿਹੜੀ ਜਾਰੀ ਰਹੀ ਤੇ ਇਹ ਵੀ ਪੁੱਛਿਆ ਵੀ ਤੁਸੀਂ ਕੀ ਸੋਚਦੇ ਹੋ, ਇਹਦਾ ਕੀ ਕਿੱਥੇ ਜਾ ਕੇ ਸਮਾਪਤੀ ਹੋਏਗੀ। ਮੈਂ ਕਿਹਾ ਵੀ 5 ਸੂਬਿਆਂ ਦੀਆਂ ਚੋਣਾਂ ਤੋਂ ਬਾਅਦ ਇਹਦੇ ਅੰਦੋਲਨ ਬਾਰੇ ਅੱਗੇ ਜਾ ਕੇ ਚਰਚਾ ਹੋਏਗੀ। ਉਸ ਤੋਂ ਪਹਿਲਾਂ ਵਾਲੀ ਕੋਈ ਹੋਣ ਦੀ ਸੰਭਾਵਨਾ ਘੱਟ ਹੀ ਹੈ। ਵੈਸੇ ਵੀ ਚੋਣਾਂ ਹੁਣ ਤਕਰੀਬਨ ਅੱਧ ਦੇ ਵਿੱਚ ਪਹੁੰਚ ਗਈਆਂ ਤੇ ਹੁਣ ਮੇਰਾ ਖਿਆਲ ਬੰਗਾਲ ਦੀਆਂ ਚੋਣਾਂ ਜਿਹੜੀਆਂ ਰਹਿ ਗਈਆਂ ਉਹਦੇ 3 ਪੜਾਅ ਹੋ ਗਏ ਆ ਤੇ 5 ਪੜਾਅ ਰਹਿ ਗਏ, ਬਾਕੀ ਸਾਰਾ ਕੁਝ ਜਿਹੜਾ ਮੁਕੰਮਲ ਹੋ ਗਿਆ। ਪਰ ਇਹਨਾਂ ਚੋਣਾਂ ਦੇ ਵਿੱਚ ਵੋਟ ਪਰਸੈਂਟੇਜ ਕਾਫੀ ਪਈ ਹੈ, ਚੰਗੀ, ਮਤਲਬ ਲੋਕਾਂ ਨੇ ਖੁੱਲ੍ਹ ਕੇ ਹਿੱਸਾ ਲਿਆ। ਭਾਵੇਂ ਕਿ ਕਰੋਨਾ ਮਹਾਮਾਰੀ ਦਾ ਜਿਹੜਾ ਉਹ ਵੱਧ ਰਹੀ ਹੈ, ਫੈਲ ਰਹੀ ਹੈ ਦੇਸ਼ ਦੇ ਵਿੱਚ, ਬੜੇ ਵੱਡੇ ਗਿਣਤੀ ਦੇ ਵਿੱਚ ਜਿਹੜੇ ਆ ਲੋਕ ਪੋਜ਼ਿਟਿਵ ਆ ਰਹੇ ਆ। ਤੇ ਖਾਸ ਕਰਕੇ ਜਿਹੜਾ ਬਰਤਾਨੀਆ ਦਾ ਜਿਹੜਾ ਉਧਰ ਦਾ ਸਟ੍ਰੇਨ ਉਹਦੀ ਕਾਫੀ ਹੈਗੀ ਵੀ ਉਹਦੀ ਲਾਗ ਜਿਹੜੀ ਆ ਉਹ ਕਾਫੀ ਵੱਡੀ ਪੱਧਰ ਤੇ ਤੇਜ਼ੀ ਨਾਲ ਫੈਲ ਰਹੀ ਹੈ। ਤੇ ਇਹਦੇ ਤੇ ਦੂਜੇ ਪਾਸੇ ਜਿਹੜਾ ਸਾਡਾ ਸੁੰਦਰ ਸ਼ਹਿਰ ਚੰਡੀਗੜ੍ਹ ਹੈ, ਇਹਦੇ ਵਿੱਚ ਵੀ ਜਿਹੜਾ ਰਾਤ ਦਾ ਕਰਫਿਊ ਜਿਹੜਾ ਉਹ ਲਾ ਦਿੱਤਾ ਗਿਆ। 10 ਤੋਂ 5 ਵਜੇ ਤੱਕ ਕਰਫਿਊ ਰੋਜ਼ ਹੋਏਗਾ। ਤੇ ਬਾਕੀ ਥਾਵਾਂ ਦੇ ਉੱਪਰ ਪੰਜਾਬ ਦੇ ਵਿੱਚ ਪਹਿਲਾਂ ਹੀ ਜਿਹੜਾ ਹੈ ਇੱਕ ਕਰਫਿਊ ਜਿਹੜਾ 11 ਜ਼ਿਲ੍ਹਿਆਂ ਦੇ ਵਿੱਚ ਜਾਰੀ ਹੈ। ਤੇ ਜਿੰਨੇ ਕੇਸ ਵੱਧ ਰਹੇ ਆ ਉਹਦੇ ਵਿੱਚ ਲੱਗਦਾ ਕਿਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਨਾ ਲਾਉਣਾ ਪੈ ਜੇ। ਹਰਿਆਣਾ ਦੇ ਵਿੱਚ ਵੀ ਜਿਹੜੀ ਦਰ ਹੈ ਕਰੋਨਾ ਦੀ ਪਿਛਲੇ ਸਮੇਂ ਦੇ ਵਿੱਚ ਕਾਫੀ ਤੇਜ਼ੀ ਨਾਲ ਵਧੀ ਹੈ। ਮੌਤਾਂ ਵੀ ਦੀ ਗਿਣਤੀ ਵੀ ਜਿਹੜੀ ਕਾਫੀ ਵਧਣ ਲੱਗ ਗਈ ਹੈ। ਇਸ ਕਰਕੇ ਜਿਹੜਾ ਕਰੋਨਾ ਦਾ ਖਤਰਾ ਹੈ, ਜਿਹੜਾ ਜਦੋਂ ਕਰੋਨਾ ਸ਼ੁਰੂ ਹੋਇਆ ਸੀਗਾ ਉਸ ਸਮੇਂ ਇੰਨਾ ਨਹੀਂ ਸੀਗਾ ਜਿੰਨਾ ਕਿ ਹੁਣ ਵੱਧਦਾ ਜਾ ਰਿਹਾ, ਹੁਣ ਜ਼ਿਆਦਾ ਵੱਧ ਰਿਹਾ। ਤੇ ਇਸ ਕਰਕੇ ਲੋਕਾਂ ਨੂੰ ਇਹਤਿਆਤ ਜਿਹੜੀ ਵਰਤਣ ਦੀ ਲੋੜ ਹੈਗੀ ਹੈ। ਭਾਵੇਂ ਕਿ ਵੈਕਸੀਨ ਲੱਗ ਰਹੀ ਹੈ, ਵੈਕਸੀਨ ਜਿਹੜੀ ਆ ਵੱਡੇ ਪੱਧਰ ਤੇ ਲਾਈ ਜਾ ਰਹੀ ਹੈ। ਦਿੱਲੀ ਦੇ ਵਿੱਚ ਵੀ ਕਰੋਨਾ ਬੜੇ ਤੇਜ਼ੀ ਨਾਲ ਫੈਲ ਰਿਹਾ, ਉੱਥੇ 24 ਆਵਰ ਜਿਹੜੀ ਹੈ ਵੈਕਸੀਨ ਲਾਉਣ ਦਾ ਜਿਹੜਾ ਕੰਮਕਾਜ ਸ਼ੁਰੂ ਹੋ ਗਿਆ। ਤੇ ਮੇਰੇ ਖਿਆਲ ਦੇਸ਼ ਭਰ ਦੇ ਵਿੱਚ ਵੱਡੇ ਪੱਧਰ ਤੇ ਵੈਕਸੀਨ ਲਾਈ ਜਾਏਗੀ। ਪਰ ਵੈਕਸੀਨ ਲਾਉਣ ਤੋਂ ਬਾਅਦ ਵੀ ਜਿੰਨਾ ਕੁ ਸਾਡੀ ਕੋਈ ਡਾਕਟਰਾਂ ਨਾਲ ਗੱਲ ਹੋਈ, ਉਹ ਕਹਿੰਦੇ ਵੀ ਵੈਕਸੀਨ ਲਾ ਲਓ, ਉਸ ਤੋਂ ਬਾਅਦ ਵੀ ਜਿਹੜੀ ਹੈ ਇਹਤਿਆਤ ਵਰਤਣ ਦੀ ਲੋੜ ਹੈ, ਇੱਕ ਡਿਸਟੈਂਸ ਰੱਖਣ ਦੀ ਲੋੜ ਹੈ। ਦੂਜਾ ਜਿਹੜਾ ਮਾਸਕ ਪਹਿਨਣ ਦੀ ਲੋੜ ਹੈ ਵੀ ਕਿਸੇ ਬੰਦੇ ਨੂੰ ਹੋਇਆ ਕਰੋਨਾ ਜਾਂ ਲੱਛਣ ਨਹੀਂ ਦਿਸਦੇ, ਕਰੋਨਾ ਹੈਗਾ ਪਰ ਲੱਛਣ ਕੋਈ ਨਹੀਂ ਗਏ, ਉਹਦੇ ਤੋਂ ਵੀ ਬਚਣ ਦੀ ਲੋੜ ਹੈਗੀ। ਤਾਂ ਉਹ ਜਿਹੜਾ
ਵੱਡਾ ਕੰਮ ਹੈਗਾ ਉਹ ਮਾਸਕ ਜਾਂ ਜਿਹੜਾ ਸੈਨੀਟਾਈਜ਼ਰ ਵਰਤ ਕੇ ਉਹਦੇ ਨਾਲ ਬਚਿਆ ਜਾ ਸਕਦਾ। ਇਸ ਤਰੀਕੇ ਦੀ ਜਿਹੜੀ ਇਹ ਆਲੇ ਦੁਆਲੇ ਸਾਡੇ ਜਿਹੜੀਆਂ ਚਰਚਾ ਹੈ ਕਰੋਨਾ ਬਾਰੇ ਤੇ ਕਰੋਨਾ ਤੋਂ ਜਿਹੜਾ ਬਚਣ ਦੀ ਤੇ ਵੱਡੇ ਪੱਧਰ ਤੇ ਵੈਕਸੀਨੇਸ਼ਨ ਜਿਹੜੀ ਦੇਸ਼ ਭਰ ਦੇ ਵਿੱਚ ਹੋ ਰਹੀ ਹੈ ਤੇ ਜਿੱਡੀ ਤੇਜ਼ੀ ਨਾਲ ਵੈਕਸੀਨੇਸ਼ਨ ਹੋਏਗੀ ਉਹਦੇ ਨਾਲ ਹੀ ਕਰੋਨਾ ਤੋਂ ਕੋਈ ਬਚਾਅ ਦੀ ਗੱਲ ਜਿਹੜੀ ਹੋਏਗੀ ਜੀ। ਦਿੱਲੀ ਦੇ ਵਿੱਚ ਕਿਸਾਨਾਂ ਦਾ ਜਿਹੜਾ ਤੁਸੀਂ ਸਵਾਲ ਪੁੱਛਿਆ ਸੀਗਾ, ਕਿਸਾਨ ਜਿਹੜੇ ਗਰਮੀ ਦਾ ਮੌਸਮ ਆ ਰਿਹਾ ਉਹਨਾਂ ਨੇ ਪਹਿਲਾਂ ਵੀ ਅਸੀਂ ਥੋੜੀ ਚਰਚਾ ਕੀਤੀ ਵੀ ਬਾਂਸਾਂ ਦੀਆਂ ਝੋਪੜੀਆਂ ਜਿਹੜੀਆਂ ਬਣਾ ਲੀਆਂ ਨੇ ਜਾਂ ਕਿਤੇ ਕਿਤੇ ਬਣ ਵੀ ਰਹੀਆਂ ਨੇ, ਉਹ ਗਰਮੀ ਤੋਂ ਬਚਾ ਲਈ ਤੇ ਮਤਲਬ ਇਹ ਜ਼ਰੂਰੀ ਹੈ। ਪਰ ਉੱਥੇ ਲੋਕ ਗਰਮੀ ਦੇ ਨਾਲ ਨਾਲ ਜਿਹੜਾ ਮੱਛਰ ਹੈ ਨਾ, ਮੱਛਰ ਦੀ ਬਹੁਤ ਜ਼ਿਆਦਾ ਉੱਥੇ ਹੈਗੀ, ਬਹੁਤ ਤਾਤ ਹੈ ਮੱਛਰ। ਲੋਕ ਬੜਾ ਜਿਹੜੇ ਕਿਸਾਨ ਆ ਮੱਛਰ ਤੋਂ ਬਹੁਤ ਦੁਖੀ ਨੇ। ਇਹਦੇ ਤੋਂ ਕੀ ਕੀਤਾ ਜਾਵੇ? ਮਤਲਬ ਮੱਛਰਦਾਨੀਆਂ ਹੈ ਨਹੀਂ ਗਿਆ ਜਾਂ ਬਹੁਤ ਟਾਵੀ ਟੱਲੀ ਕਿਤੇ ਕੋਲ, ਤੇ ਕਿਸਾਨ ਜਿਹੜੇ ਮੱਛਰ ਤੋਂ ਬਹੁਤ ਦੁਖੀ ਨੇ ਜੀ। ਤੋ ਇਸ ਕਰਕੇ ਗਰਮੀ ਤੇ ਮੱਛਰ ਦੋ ਚੀਜ਼ਾਂ ਤੋਂ ਅੱਜ ਕੱਲ ਜਿਹੜਾ ਕਿਸਾਨਾਂ ਨੂੰ ਭਾਵੇਂ ਕਿ ਉਹਨਾਂ ਨੇ ਕੂਲਰ ਕਾਲਰ ਲਾਉਣੇ ਸ਼ੁਰੂ ਕਰਤੇ ਆ, ਪਰ ਉਹਨਾਂ ਨੂੰ ਜਿਹੜਾ ਗਰਮੀ ਅਜੇ ਤਾਂ ਸ਼ੁਰੂਆਤ ਹੋਈ ਹੈ, ਅਜੇ ਕੋਈ ਇੰਨੀ ਗਰਮੀ ਨਹੀਂ ਗੀ ਤੇ ਗਰਮੀ ਵਧਣੀ ਹੈ ਅਜੇ ਤਾਂ। ਕੱਲ ਜਿਹੜਾ ਜੋ ਅਸੀਂ ਦੇਖ ਰਹੇ ਹਾਂ ਫਿਰ ਬਰਫ਼ ਪਹਾੜਾਂ ਦੇ ਉੱਪਰ ਪਈ ਹੈ, ਮੀਂਹ ਵੀ ਪਿਆ, ਮੀਂਹ ਦੂਰ ਦੂਰ ਤੱਕ ਪਿਆ, ਕੱਲ ਹਨੇਰੀ ਵੀ ਆਈ ਹੈ ਜਿਹਦੇ ਤੋਂ ਕਿਸਾਨਾਂ ਨੂੰ ਜਿਹੜੇ ਆ ਉਹਨਾਂ ਦੇ ਜਿਵੇਂ ਧੜਕਣਾ ਰੁਕਣ ਵਾਲੀ ਗੱਲ ਜਿਹੜੀ ਹੋ ਜਾਂਦੀ ਹੈ ਫਸਲਾਂ ਦਾ ਮੌਸਮ ਦੇ ਵਿੱਚ। ਤਾਂ ਕਿਸਾਨ ਇਹ ਅਰਦਾਸ ਹੀ ਕਰਦੇ ਆ ਵੀ ਮੀਂਹ ਤਾਂ ਕੀ ਸੋਨੇ ਦੀ ਕਣੀ ਵੀ ਨਾ ਪਵੇ, ਕਿਉਂਕਿ ਤੇਜ਼ ਹਵਾਵਾਂ ਕੱਲ ਹਨੇਰੀ ਰਾਤੀ ਚੱਲਦੀ ਰਹੀ ਹੈ ਜੀ, ਉਹਨੇ ਵੀ ਕਾਫੀ ਨੁਕਸਾਨ ਜਿਹੜਾ ਇਹ ਕਿਸਾਨਾਂ ਦਾ ਕੀਤਾ। ਤੇ ਕਿਸਾਨ ਜਿਹੜੇ ਆ ਕਿਸ ਥਾਂ ਤੇ ਮੰਗ ਕਰ ਰਹੇ ਵੀ ਸਰਕਾਰ ਗਰਦੌਰੀ ਕਰੇ। ਗਰਦੌਰੀ ਕਰਨ ਦਾ ਵੀ ਇਹ ਹੁੰਦਾ ਵੀ ਜੇ ਤੁਹਾਡਾ ਚੌਥੇ ਹਿੱਸੇ ਤੱਕ ਨੁਕਸਾਨ ਨਹੀਂ ਹੋਇਆ ਤਾਂ ਉਹਦੇ 'ਚ ਕੋਈ ਮਿਲਦਾ ਮਿਲਾਉਂਦਾ ਨਹੀਂ, ਤੇ ਜੇ ਕੁੱਲ ਮਿਲਾ ਕੇ ਉਹ ਤੋਂ ਵੱਧ ਨੁਕਸਾਨ ਹੋਵੇ ਉਹ 'ਚ ਮਿਲਣ ਨਾਲ ਜਿਹੜੇ ਕਿਸਾਨ ਦੇ ਜਿਹੜੇ ਆ ਉਹ ਖਰਚੇ ਵੀ ਪੂਰੇ ਨਹੀਂ ਹੁੰਦੇ ਜੀ। ਸੋ ਮੌਸਮ ਦੀ ਖਰਾਬੀ ਜਿਹੜੀ ਆ ਉਹ ਜਿਹੜੇ ਬਾਰਡਰ ਤੇ ਬੈਠੇ ਉਹ ਕਿਸਾਨ ਆ ਉਹਨਾਂ ਲਈ ਵੀ ਚਿੰਤਾ ਦਾ ਵਿਸ਼ਾ ਹੈ। ਇੱਥੇ ਬੈਠਿਆਂ ਦਾ ਤਾਂ ਚਿੰਤਾ ਦਾ ਵਿਸ਼ਾ ਹੈਗੀ ਪਰ ਉੱਥੇ ਵੀ ਚਿੰਤਾ ਦਾ ਵਿਸ਼ਾ ਹੈਗੀ। ਇਹ ਜਿਹੜੀ ਪ੍ਰੋਬਲਮ ਜਿਹੜੀ ਕਿਸਾਨਾਂ ਨੂੰ ਇੱਥੇ ਬੈਠਿਆਂ ਨੂੰ ਆ ਰਹੀ ਹੈ, ਪੰਜਾਬ ਹਰਿਆਣਾ ਜਿਹੜਾ ਉੱਤਰਾਖੰਡ ਹੈ, ਮਤਲਬ ਦੂਰ ਦੂਰ ਤੱਕ ਹਵਾ ਹਨੇਰੀ ਜਿਹੜੀ ਚੱਲੀ ਹੈ ਤੇ ਮੀਂਹ ਪਿਆ, ਕਿਸੇ ਥਾਂ ਦੇ ਹੋ ਸਕਦਾ ਗੜੇ ਵੀ ਪਏ ਹੋਣ, ਮਤਲਬ ਇਹਦਾ ਨੁਕਸਾਨ ਜਿਹੜਾ ਕਾਫੀ ਪੱਧਰ ਤੇ ਹੋਇਆ ਜਿਹਦੇ ਤੋਂ ਕਿਸਾਨਾਂ ਦੇ ਜਿਹੜੇ ਹਿਰਦੇ ਜਿਹੜੇ ਉਹ ਮਤਲਬ ਮੈਂ ਸ਼ਬਦ ਬਲੂੰਦਰੇ ਤਾਂ ਨਹੀਂ ਕਹੂੰਗਾ ਉਹ ਗਏ, ਮਤਲਬ ਕਾਫੀ ਦੁਖੀ ਨੇ, ਮਤਲਬ ਮਾਯੂਸ ਹੈ ਵੀ ਮੌਸਮ ਕਿੱਧਰ ਨੂੰ ਚੱਲੇਗਾ ਤੇ ਇਹਦੇ ਨਾਲ ਨੁਕਸਾਨ ਦੀ ਜਿਹੜੀ ਗੱਲ ਉਹਦੀ ਕਿਵੇਂ ਪੂਰਤੀ ਹੋਏਗੀ। ਜੰਮੂ ਜੀ ਆਮਦ ਦੱਸੋ ਸਾਨੂੰ ਜੀ, ਦਿੱਲੀ ਦੀਆਂ ਸਰਹੱਦਾਂ ਤੇ ਆਮਦ ਪਹਿਲਾਂ ਵਰਗੀ ਹੈ ਜਾਂ ਬਾਅਦ ਘੱਟ ਹੋਈ ਹੈ ਕੋਈ? ਨਹੀਂ, ਆਮਦ ਜਿਹੜੀ ਹੈ ਨਾ, ਦੇਖੋ ਜਿੱਥੇ ਝੌਂਪੜੀਆਂ ਪੈ ਗਈਆਂ ਉੱਥੇ ਟਰਾਲੀਆਂ ਸੀ ਪਹਿਲਾਂ, ਉੱਥੋਂ ਟਰਾਲੀਆਂ ਵਾਪਸ ਆ ਗਈਆਂ, ਪਰ ਆਮਦ ਜਿਹੜੀ ਆ ਉਹ ਕਾਫੀ ਹੈਗੀ ਆ। ਆਮਦ ਕੁਝ ਕਿਸਾਨ ਆਈ ਜਾ ਰਹੇ, ਕੁਝ ਜਾਈ ਜਾ ਰਹੇ ਆ। ਇਹ ਹੋ ਸਕਦਾ ਥੋੜਾ ਜਿਹਾ ਮਤਲਬ ਹੁਣ ਕਿਉਂਕਿ ਵਾਢੀ ਦਾ ਜ਼ੋਰ ਪੈ ਗਿਆ ਆ 10-15 ਦਿਨ ਚ ਥੋੜਾ ਘਟ ਸਕਦਾ ਹੈ, ਮਤਲਬ ਇੰਨੀ ਕੁ ਗੱਲ ਹੈਗੀ ਆ। ਅਦਰਵਾਈਜ਼ ਕਿਸਾਨ ਉੱਥੇ ਰਹਿਣਗੇ। ਕਿਸਾਨਾਂ ਦੀ ਤਾਂ ਤੁਸੀਂ ਗੱਲ ਦੇਖੋ ਨਾ, ਮਤਲਬ ਕਿਸਾਨਾਂ ਦੇ ਵਿੱਚ ਕੱਲ ਦੀ ਜਿਹੜੀ ਘਟਨਾ ਹੈ, ਕੱਲ ਆਪਣੇ ਕੁਰੂਕਸ਼ੇਤਰ ਦੇ ਵਿੱਚ ਜਿਹੜੇ ਸੰਸਦ ਮੈਂਬਰ ਨੇ ਨਾਇਬ ਸੈਣੀ ਜੀ, ਉਹ ਜਿਹੜੇ ਕੱਲ ਭਾਜਪਾ ਦਾ ਸਥਾਪਨਾ ਦਿਵਸ ਸੀਗਾ ਉਹ ਮਨਾਉਣ ਲਈ ਉੱਥੇ ਗਏ। ਉੱਥੇ ਕਿਸਾਨਾਂ ਨੇ ਜਿਹੜਾ ਕੁਰੂਕਸ਼ੇਤਰ ਦੇ ਵਿੱਚ ਜਿਹੜਾ ਸ਼ਾਹਬਾਦ ਹੈਗਾ ਉਹਨਾਂ ਦਾ ਉੱਥੇ ਉਹਨਾਂ ਨੇ ਉਹਦਾ ਘਿਰਾਓ ਕੀਤਾ ਜੀ। ਕਿਸੇ ਥਾਂ ਤੇ ਕੋਈ ਮਾੜਾ ਮੋਟਾ ਕੋਈ ਰੋੜਾ ਉਹਨਾਂ ਦੇ ਸ਼ੀਸ਼ੇ ਤੇ ਲੱਗ ਗਿਆ ਤਾਂ ਕਿਸਾਨਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ। 2 ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਉਹਦੇ ਖਿਲਾਫ ਕਿਸਾਨਾਂ ਨੇ ਬਹੁਤ ਵੱਡਾ ਜ਼ਬਰਦਸਤ ਜਿਹੜਾ ਪ੍ਰਦਰਸ਼ਨ ਜਾਰੀ ਹੈ ਕਿਸਾਨਾਂ ਦਾ, ਮਤਲਬ ਕਿਸਾਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਹੈ। ਮਤਲਬ ਹਰਿਆਣੇ ਦੇ ਕਿਸਾਨਾਂ ਦੇ ਵੱਡੀ ਗਿਣਤੀ ਦੇ ਵਿੱਚ ਉਹ ਥਾਣੇ ਦੇ ਸਾਹਮਣੇ ਖੜੇ ਹੋਏ ਆ, ਨਾਅਰੇਬਾਜ਼ੀ ਕਰ ਰਹੇ ਵੀ ਸਾਡੇ ਜਿਹੜੇ ਆ ਕਿਸਾਨ ਜਿਹੜੇ ਉਹਨਾਂ ਨੂੰ ਰਿਹਾ ਕਰੋ ਜੀ। ਹੁਣ ਇਹਦੇ ਤੇ ਕੀ ਹੋਏਗਾ ਇਹ ਤਾਂ ਹਰਿਆਣਾ ਸਰਕਾਰ ਹੀ ਦੱਸ ਸਕਦੀ ਹੈ ਨਾ। ਤੇ ਦੂਜੇ ਪਾਸੇ ਜਿਹੜੇ ਹਰਿਆਣਾ ਦੇ ਮਤਲਬ ਬੀਜੇਪੀ ਹਰਿਆਣਾ ਦੇ ਪ੍ਰਧਾਨ ਨੇ OP ਧਨਖੜ, ਉਹ ਇਸ ਮਾਮਲੇ ਦੇ ਉੱਪਰ ਲਗਾਤਾਰ ਯਤਨ ਕਰ ਰਹੇ ਆ ਕਿ ਮਤਲਬ ਉਹ ਆਪਣੇ ਜਿਹੜੇ ਇਕੱਠ ਕਰਦੇ ਆ। ਇਹੋ ਜਿਹੇ ਇਕੱਠ ਕਰਨ ਨਾਲ ਜਿਹੜੀ ਆ ਉਹ ਹੋਰ ਜਿਹੜਾ ਤਣਾਅ ਜਿਹੜਾ ਪੈਦਾ ਹੋਣ ਦੀਆਂ ਸੰਭਾਵਨਾ ਨੇ। ਉਹਨਾਂ ਨੇ ਰੋਹਤਕ ਦੇ ਵਿੱਚ ਵੀ ਗੱਲ ਕੀਤਾ ਤੇ ਹੋਰ ਇੱਕ ਥਾਂ ਤੇ ਕੀਤਾ, ਜਿਹਦੇ ਨਾਲ ਕਿਸਾਨਾਂ ਦਾ ਇਸ ਗੱਲ ਦਾ ਰੋਸ ਹੈ। ਕਿਉਂਕਿ ਕਿਸਾਨ ਕਹਿੰਦੇ ਵੀ ਅਸੀਂ ਬੀਜੇਪੀ ਤੇ ਜਜਪਾ ਦੇ ਜਿਹੜੇ ਲੀਡਰਸ਼ਿਪ ਆ ਉਹਨਾਂ ਨੂੰ ਹਰਿਆਣੇ ਦੇ ਵਿੱਚ ਜਿਹੜਾ ਉਹ ਇਕੱਠ ਨਹੀਂ ਕਰਨ ਦੇਣੇ, ਉਹਨਾਂ ਦਾ ਸਾਡਾ ਵੱਲੋਂ ਸਮਾਜਿਕ ਬਾਈਕਾਟ ਹੈ। ਤੇ ਜਾਣਬੁੱਝ ਕੇ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਤੇ ਜਜਪਾ ਦੀ ਲੀਡਰਸ਼ਿਪ ਹੈ ਇਹ ਕਿਸਾਨਾਂ ਨੂੰ ਚੜਾਉਣ ਦੇ ਲਈ ਇਹ ਕੰਮ ਕਰ ਰਹੀ ਹੈ। ਕਿਉਂਕਿ ਅਸੀਂ ਇਹਨਾਂ ਤੋਂ ਮੰਗ ਕੀਤੀ ਵੀ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋ ਕੇ ਹਟਿਆ, ਬਜਟ ਸੈਸ਼ਨ,
ਉਹਦੇ ਵਿੱਚ ਸਾਡੀ ਹਮਾਇਤ ਕਰੋ। ਜੀ। ਇਹਨਾਂ ਨੇ ਹਮਾਇਤ ਦੀ ਥਾਂ ਤੇ ਉਲਟ ਖੇਤੀ ਕਾਨੂੰਨਾਂ ਦੀ ਜਿਹੜੀ ਆ ਹਮਾਇਤ ਕੀਤੀ। ਖੇਤੀ ਕਾਨੂੰਨਾਂ ਦੀ ਹਮਾਇਤ ਕਰਕੇ ਇਹ ਕੀ ਸਾਬਤ ਕਰਨਾ ਚਾਹੁੰਦੇ, ਇਹਨਾਂ ਨੂੰ ਦੱਸਣਾ ਚਾਹੀਦਾ ਵੀ ਇਹ ਕੀ ਕਹਿਣਾ ਕੀ ਚਾਹੁੰਦੇ ਆ ਜੀ। ਇਸ ਕਰਕੇ ਅਸੀਂ ਜਿਹੜਾ ਇਹਨਾਂ ਦਾ ਵਿਰੋਧ ਜਿਹੜਾ ਜਾਰੀ ਰੱਖਾਂਗੇ ਤੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੀ ਉਹਨਾਂ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਇਹੋ ਜਿਹੇ ਬੋਰਡ ਕੱਢਦੇ ਆ ਜਿਨ੍ਹਾਂ ਦੇ ਉੱਪਰ ਲਿਖਿਆ ਹੋਇਆ ਕਿ ਭਾਜਪਾ ਤੇ ਬੀਜੇਪੀ ਜੇ ਆਗੂਆਂ ਉਹਨਾਂ ਨੂੰ ਇਸ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਏਗਾ, ਉਹਨਾਂ ਦਾ ਸਮਾਜਿਕ ਬਾਈਕਾਟ ਹੈ। ਇਹ ਬਹੁਤ ਸਾਰੇ ਪਿੰਡਾਂ ਦੇ ਵਿੱਚ ਲਿਖਿਆ ਹੋਇਆ ਜੀ। ਇਸ ਕਰਕੇ ਬੀਜੇਪੀ ਨੂੰ ਇਹ ਦਿੱਕਤ ਹੈ, ਪਰ ਉਹ ਇਹ ਦਿੱਕਤ ਜਿਹੜੀ ਆਪਣੀ ਹਾਈ ਕਮਾਂਡ ਨੂੰ ਦੱਸਣ ਲਈ ਤਿਆਰ ਨਹੀਂ। ਉਹ ਕਿਸਾਨਾਂ ਨੇ ਇਹਨਾਂ ਦੀ ਸਾਰੀ ਲੀਡਰਸ਼ਿਪ ਨੂੰ ਕਿਹਾ ਵੀ ਤੁਸੀਂ ਵਾਰ-ਵਾਰ ਅਸੀਂ ਤੁਹਾਡੇ ਨੂੰ ਬੇਨਤੀਆਂ ਕੀਤੀਆਂ, ਤੁਸੀਂ ਦੱਸੋ ਸਹੀ ਇਹ ਜਿਹੜੇ ਤਿੰਨੇ ਖੇਤੀ ਕਾਨੂੰਨ ਇਹਨਾਂ ਦਾ ਫਾਇਦਾ ਕੀ ਹੈ। ਮਤਲਬ ਕਿਸੇ ਵੀ ਸਾਨੂੰ ਫਾਇਦਾ ਨਹੀਂਗਾ, ਨੁਕਸਾਨ ਹੀ ਨੁਕਸਾਨ ਹੈ। ਪਰ ਬੀਜੇਪੀ ਦੀ ਲੀਡਰਸ਼ਿਪ ਇਸ ਗੱਲ ਤੇ ਨਹੀਂ ਖੜ ਰਹੀ, ਸਗੋਂ ਇਹ ਤੋਂ ਅੱਗੇ ਵਧਣਾ ਚਾਹੁੰਦੀ ਹੈ। ਹੁਣ ਬਿਜਲੀ ਦਾ ਬਿੱਲ ਜਿਹੜਾ ਬਿਜਲੀ ਦਾ ਪ੍ਰਸਤਾਵਿਤ ਜਿਹੜਾ ਬਿੱਲ ਆ ਉਹਨੂੰ ਲਿਆਉਣ ਦੀ ਵੀ ਤਿਆਰੀ ਕਰ ਲਈ ਹੈ, ਜਿਹੜਾ ਕਿ ਫਿਰ ਇਹ ਤਾਕਤਾਂ ਜਿਹੜੀਆਂ ਸੂਬਿਆਂ ਦੀਆਂ ਤਾਕਤਾਂ ਉਹਨਾਂ ਦੇ ਉੱਪਰ ਛਾਪਾ ਹੋਏਗਾ। ਪਹਿਲਾਂ ਤਿੰਨਾਂ ਖੇਤੀ ਕਾਨੂੰਨਾਂ ਨੇ ਛਾਪਾ ਮਾਰਿਆ ਗਿਆ, ਹੁਣ ਜੇ ਪ੍ਰਸਤਾਵਿਤ ਬਿਜਲੀ ਬਿੱਲ ਆਉਂਦਾ ਉਹਦੇ ਨਾਲ ਹੋਰ ਸੂਬਿਆਂ ਦੇ ਅਧਿਕਾਰ ਘਟਣਗੇ। ਇਸ ਕਰਕੇ ਇਸ ਤਰੀਕੇ ਦੀ ਗੱਲਬਾਤ ਜਿਹੜੀ ਉਹ ਚੱਲ ਰਹੀ ਹੈ ਤੇ ਇਹਦੇ ਕਰਕੇ ਕਿਸਾਨਾਂ ਦਾ ਜਿਹੜਾ ਲਗਾਤਾਰ ਵਿਰੋਧ ਹੈ, ਕਿਸਾਨ ਲਗਾਤਾਰ ਸਰਕਾਰ ਦਾ ਜਿਹੜਾ ਵਿਰੋਧ ਕਰਦੇ ਆ ਰਿਹਾ, ਮੋਦੀ ਸਰਕਾਰ ਦੇ ਖਿਲਾਫ ਜਿਹੜੇ ਆ ਉਹ ਮੈਦਾਨ ਦੇ ਵਿੱਚ ਨਿੱਤਰ ਰਿਹਾ ਤੇ ਇਹ ਹਾਲਤ ਜਿਹੜੀ ਆ ਕੇਵਲ ਹਰਿਆਣੇ ਦੇ ਵਿੱਚ ਨਹੀਂ, ਪੰਜਾਬ ਦੇ ਵਿੱਚ ਵੀ ਆ। ਪੰਜਾਬ ਦੇ ਵਿੱਚ ਕੱਲ ਬੀਜੇਪੀ ਦਾ ਸਥਾਪਨਾ ਦਿਵਸ ਸੀ, ਪ੍ਰਧਾਨ ਮੰਤਰੀ ਨੇ ਵੀ ਸਥਾਪਨਾ ਦਿਵਸ ਦੇ ਉੱਪਰ ਭਾਸ਼ਣ ਦਿੱਤਾ, ਸੰਬੋਧਨ ਕੀਤਾ। ਉਹਨਾਂ ਕਿਹਾ ਵੀ ਦੇਸ਼ ਦੀ ਜਿਹੜੀ ਸਥਿਰਤਾ ਉਹਨੂੰ ਖਤਰਾ ਪੈਦਾ ਕਰ ਰਹੀਆਂ ਤਾਕਤਾਂ ਇਸ ਦੌਰ ਦੇ ਵਿੱਚ ਜੇ ਸਭ ਤੋਂ ਵੱਧ ਬੀਜੇਪੀ ਦੀ ਲੀਡਰਸ਼ਿਪ ਦੇ ਵਿੱਚ ਜੇ ਸਭ ਤੋਂ ਵੱਧ ਜੇ ਤਾਕਤਾਂ ਦਾ ਕੇਂਦਰੀਕਰਨ ਤਾਂ ਇਸ ਰਾਜ ਦੇ ਵਿੱਚ ਹੋਇਆ। ਤੇ ਜਦੋਂ ਤੁਸੀਂ ਜ਼ਿਆਦਾ ਕੇਂਦਰੀਕਰਨ ਕਰੋਗੇ, ਓਵਰ ਸੈਂਟਰਲਾਈਜੇਸ਼ਨ ਕਰੋਗੇ ਤਾਂ ਨੇਚਰਲੀ ਲੋਕਾਂ ਦੇ ਵਿੱਚ ਗੁੱਸਾ ਪੈਦਾ ਹੋਣਾ ਜਿਹੜਾ ਉਹ ਸੁਭਾਵਿਕ ਹੈਗਾ। ਤੋਂ ਪੈਸਾ ਪੈਦਾ ਹੋ ਰਿਹਾ ਤੇ ਤੁਸੀਂ ਲੋਕਾਂ ਨੂੰ ਤਾਕਤਾਂ ਜਿਹੜੀਆਂ ਲਗਾਤਾਰ ਖੋਈ ਜਾ ਰਹੇ ਹੋ ਜੀ। ਸੋ ਇਸ ਕਰਕੇ ਜਦੋਂ ਕੱਲ ਭਾਜਪਾ ਦੇ ਸਥਾਪਨਾ ਦਿਵਸ ਸੀਗੇ, ਪੰਜਾਬ ਦੇ ਵਿੱਚ ਜਲੰਧਰ ਦੀ ਖਬਰ ਹੈ, ਜਲੰਧਰ ਦੇ ਵਿੱਚ ਭਾਜਪਾ ਦੇ ਆਪਣੇ ਲੀਡਰਸ਼ਿਪ ਉੱਥੇ ਨਹੀਂ ਗਈ। ਉਹਨਾਂ ਦੇ ਵਿੱਚ ਇਹ ਸੀ ਵੀ ਕਿਸੇ ਨੇ ਕੋਈ ਬਹਾਨਾ ਕਿਹਾ, ਕਿਸੇ ਨੇ ਕੋਈ ਬਹਾਨਾ ਕਿਹਾ, ਕਿਸੇ ਨੇ ਕੋਈ ਬਹਾਨਾ ਕਿਹਾ, ਵੱਖ-ਵੱਖ ਬਹਾਨਿਆਂ ਦੇ ਤਹਿਤ ਉਹਨਾਂ ਦੇ ਲੀਡਰਸ਼ਿਪ ਨਹੀਂ ਗਈ ਤੇ ਉਹਨਾਂ ਨੂੰ ਲੱਗਦਾ ਹੈ ਵੀ ਕਿਤੇ ਕਿਸਾਨ ਉੱਥੇ ਨਾ ਪਹੁੰਚਣ, ਘਰਾਓ ਨਾ ਕਰਨ, ਜਿੰਦਾਬਾਦ ਮੁਰਦਾਬਾਦ ਨਾ ਹੋਵੇ। ਇਸ ਕਰਕੇ ਉਹ ਜਿਹੜੇ ਉਹਨਾਂ ਦੇ ਲੀਡਰਸ਼ਿਪ ਜਿਹੜੀ ਆ ਮਤਲਬ ਕਾਫੀ ਜਿਹੜੇ ਮਿਡਲ ਲੈਵਲ ਦੇ ਆਗੂ ਸੀਗੇ ਉਹ ਸਮਾਗਮ ਦੂਰ ਰਹੇ ਜੀ। ਕਿਸੇ ਨੂੰ ਤਾਂ ਇਹ ਵੀ ਹੈ ਵੀ ਘਰ ਦੇ ਵਿੱਚ ਵੀ ਸਮਾਗਮ ਕਰਨਾ ਪਿਆ, ਮਤਲਬ ਬਾਹਰ ਨਹੀਂ ਹੋ ਸਕਿਆ ਕਿਉਂਕਿ ਘਰਾਓ ਦਾ ਖਤਰਾ ਸੀਗਾ ਜੀ। ਇਹ ਸਾਰੀ ਜਿਹੜੀ ਸਥਿਤੀ ਹੈ ਇਹਦੇ ਤੋਂ ਜਿਹੜਾ ਬੀਜੇਪੀ ਦੀ ਲੀਡਰਸ਼ਿਪ ਹੈ ਉਹਨੂੰ ਆਪਣੀ ਜਿਹੜੀ ਪੰਜਾਬ ਦੀ ਆ, ਹਰਿਆਣਾ ਦੀ ਆ, ਉਹਨਾਂ ਨੂੰ ਆਪਣੀ ਸੈਂਟਰ ਲੀਡਰਸ਼ਿਪ ਨੂੰ ਦੱਸਣਾ ਚਾਹੀਦਾ ਵੀ ਹਾਲਤ ਆ ਹੈ ਤੇ ਕਿਸਾਨ ਸਾਨੂੰ ਉਨੀ ਦੇਰ ਬਾਹਰ ਨਹੀਂ ਨਿਕਲਣ ਦੇਣਗੇ ਜਿੰਨਾ ਚਿਰ ਤੁਸੀਂ ਜਿਹੜਾ ਇਹਨਾਂ ਖੇਤੀ ਕਾਨੂੰਨਾਂ ਦੇ ਨੂੰ ਰਿਪੀਲ ਨਹੀਂ ਕਰਦੇ, ਇਹਨਾਂ ਨੂੰ ਵਾਪਸ ਨਹੀਂ ਲੈਂਦੇ, ਉਹਨਾਂ ਚਿਰ ਸਾਡਾ ਜਿਹੜਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੈਗਾ। ਇਹ ਗੱਲਾਂ ਜਿਹੜੀਆਂ ਉਹਨਾਂ ਨੂੰ ਆਪਣੀ ਲੀਡਰਸ਼ਿਪ ਨੂੰ ਦੱਸਣੀਆਂ ਚਾਹੀਦੀਆਂ, ਇਹ ਤੋਂ ਬਿਨਾਂ ਕੰਮ ਉਹਨਾਂ ਦਾ ਨਹੀਂ ਚੱਲੇਗਾ। ਇਹ ਜਿਹੜਾ ਰੋਸ ਹੈ ਇਹ ਇਕੱਲਾ ਇੱਥੇ ਨਹੀਂਗਾ, ਪੂਰੇ ਦੇਸ਼ ਦੇ ਵਿੱਚ ਜਿਹੜਾ ਵੱਧ ਰਿਹਾ ਤੇ ਇਸ ਕਰਕੇ ਭਾਜਪਾ ਨੂੰ ਜਿਹੜਾ ਲੀਡਰਸ਼ਿਪ ਨੂੰ ਇਹਦਾ ਸਾਹਮਣਾ ਕਰਨਾ ਪਏਗਾ। ਪੰਜਾਬ ਹਰਿਆਣਾ ਦੇ ਵਿੱਚ ਕੱਲ ਉਹਨਾਂ ਨੂੰ ਕਾਫੀ ਇਹਦਾ ਵੱਡੇ ਪੱਧਰ ਤੇ ਸਾਹਮਣਾ ਕਰਨਾ ਪਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਵੀ ਉਹ ਜਾਣਗੇ ਉੱਥੇ ਇਹ ਸਾਹਮਣਾ ਕਰਨਾ ਪਏਗਾ ਜੀ। ਜੇ ਜੰਮੂ ਜੀ ਗੱਲ ਕੀਤੀ ਜਾਵੇ, ਪੰਜਾਬ ਦੇ ਜਿਹੜੇ ਬੀਜੇਪੀ ਦੇ ਲੀਡਰ ਆ ਸਮੇਂ ਦੀ ਨਿਯਾਕਤ ਨੂੰ ਸਮਝਦੇ ਹੋਏ ਉਹਨਾਂ ਵੱਲੋਂ ਤਾਂ ਦੂਰੀ ਬਣਾ ਲਿੱਤੀ ਗਈ ਹੈ, ਪਰ ਜੇ ਹਰਿਆਣੇ ਦੀ ਗੱਲ ਕੀਤੀ ਜਾਵੇ ਪਿਛਲੇ ਦਿਨੀ ਵੀ ਜਿਹੜੀ ਪਹਿਲਾਂ ਵੀ ਜਿਹੜਾ ਮੁੱਖ ਮੰਤਰੀ ਆ ਉਹਨਾਂ ਦਾ ਘਿਰਾਓ ਕੀਤਾ ਗਿਆ ਸੀ, ਜਿਹੜਾ ਹੈਲੀਪੈਡ ਆ ਉਹ ਪੁੱਟ ਦਿੱਤਾ ਗਿਆ ਸੀ। ਆ ਪਿਛਲੇ ਦਿਨ ਦੀ ਥੋੜੇ ਜਿਹੇ ਦਿਨਾਂ ਦੀ 1-2 ਦਿਨ ਦੀ ਗੱਲ ਆ, ਇਹਦੇ ਵਿੱਚ ਦੁਬਾਰਾ ਫਿਰ ਉਹੀ ਜਿਹੜੀ ਘਟਨਾ ਵਾਪਰੀ ਆ, ਦੁਬਾਰਾ ਘਿਰਾਓ ਕੀਤਾ ਗਿਆ। ਉਹਦੇ ਵਿੱਚ ਸਾਡੇ ਕੋਲ ਜਿਹੜੇ ਵੀਡੀਓ ਕਲਿੱਪ ਆਏ ਸੀ ਉਹਨਾਂ ਦੇ ਵਿੱਚ ਬਜ਼ੁਰਗਾਂ ਦੇ ਵੀ ਸੱਟਾਂ ਲੱਗੀਆਂ ਗਈਆਂ, ਪੁਲਿਸ ਵੱਲੋਂ ਜਿਹੜੀ ਲਾਠੀ ਚਾਰਜ ਹੋਈ ਆ। ਬੀਜੇਪੀ ਪੰਜਾਬ ਦੀ ਤਾਂ ਸਮੇਂ ਦੀ ਨਿਯਾਕਤ ਨੂੰ ਸਮਝ ਰਹੀ ਹੈ, ਜਿਹੜੀ ਹਰਿਆਣੇ ਦੀ ਬੀਜੇਪੀ ਦੀ ਲੀਡਰਸ਼ਿਪ ਆ ਉਹ ਸਮੇਂ ਦੀ ਨਿਯਾਕਤ ਨਹੀਂ ਸਮਝ ਰਹੀ। ਕੀ ਕਾਰਨ ਹੈ ਦੁਬਾਰਾ ਜਿਹੜਾ ਪ੍ਰੋਗਰਾਮ ਉਲੀਕ ਰਹੀ ਹੈ ਜੀ? ਦੇਖੋ, ਹਰਿਆਣੇ ਦੇ ਵਿੱਚ ਉਹਨਾਂ ਦੀ ਸਰਕਾਰ ਹੈ ਜੀ, ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਨਹੀਂ। ਬੁਨਿਆਦੀ ਫਰਕ ਇਹ ਹੈ ਜੀ, ਸਰਕਾਰ ਨੂੰ ਉੱਪਰੋਂ ਵੀ ਹੁਕਮ ਹੈ, ਸਰਕਾਰ ਆਪਣੇ ਤੌਰ ਤੇ ਯਤਨ ਕਰ ਰਹੀ ਹੈ ਵੀ ਉਹਦੇ ਜਿਹੜਾ ਸਿੱਕਾ ਚੱਲੇ ਜੀ। ਹਰਿਆਣੇ ਦੇ ਵਿੱਚ ਸਿੱਕਾ ਨਹੀਂ ਚੱਲਦਾ, ਪੰਜਾਬ ਦੇ ਵਿੱਚ ਤਾਂ ਚੱਲਣਾ ਨਹੀਂਗਾ, ਹਰਿਆਣੇ ਦੇ ਵਿੱਚ ਵੀ ਨਹੀਂ ਚੱਲ ਰਿਹਾ। ਸਰਕਾਰ ਹੁੰਦਿਆਂ ਸੁੰਦਿਆਂ ਨਹੀਂ ਚੱਲ ਰਿਹਾ। ਇਹ ਉਹਨਾਂ ਦੀ ਜ਼ਿਆਦਾ ਪਰੇਸ਼ਾਨੀ ਆ, ਜ਼ਿਆਦਾ ਪਰੇਸ਼ਾਨੀ ਦਾ ਸਬੱਬ ਹੈ ਜੀ। ਉਹ ਇਸ ਕਰਕੇ ਜਿੱਧਰ ਨੂੰ ਜਾਂਦੇ ਆ ਬੜੇ ਯਤਨ ਕਰਦੇ ਆ, ਬੜੀ ਪੁਲਿਸ ਦੀ ਪ੍ਰੋਟੈਕਸ਼ਨ ਹੁੰਦੀ ਆ, ਫਿਰ ਵੀ ਗੱਲ ਨਹੀਂ ਬਣਦੀ
ਕਿਉਂਕਿ ਹਰਿਆਣੇ ਦੇ ਵਿੱਚ ਜਿਹੜੀਆਂ ਖਾਪ ਪੰਚਾਇਤਾਂ ਨੇ, ਜਿਹੜੇ ਕਿਸਾਨ ਹੈ, ਜਿੱਥੇ ਵੀ ਉਹਨਾਂ ਨੂੰ ਪਤਾ ਲੱਗਦਾ ਉੱਥੇ ਉਹ ਇਕੱਠੇ ਹੋ ਜਾਂਦੇ ਆ, ਉੱਥੇ ਇਕੱਠੇ ਹੋ ਕੇ ਉਹਨਾਂ ਦਾ ਵਿਰੋਧ ਕਰਦੇ ਆ। ਇਵੇਂ ਪਿਛਲੇ ਦਿਨੀ ਚੌਧਰੀ ਬਰਿੰਦਰ ਸਿੰਘ ਜਿਨ੍ਹਾਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਹੈ, ਪਰ ਕਿਸਾਨਾਂ ਦਾ ਇਹ ਹੈ ਵੀ ਤੁਸੀਂ ਬੀਜੇਪੀ ਨੂੰ ਛੱਡੋ, ਤੁਹਾਡਾ ਮੁੰਡਾ ਵੀ ਅੱਜ ਵੀ ਸੰਸਦ ਮੈਂਬਰ ਹੈ, ਲੋਕ ਸਭਾ ਮੈਂਬਰ ਹੈ, ਤੇ ਤੁਸੀਂ ਜਿੰਨਾ ਚਿਰ ਛੱਡੋਗੇ ਨਹੀਂ ਇਹਨਾਂ ਦਾ ਖਹਿੜਾ, ਉਹਨਾਂ ਚਿਰ ਅਸੀਂ ਤੁਹਾਨੂੰ ਨਾ ਇੱਥੇ ਆਪਣੀ ਸਟੇਜ ਤੇ ਬੋਲਣ ਦੀ ਹੈ, ਉਹਨਾਂ ਚਿਰ ਤੁਹਾਡਾ ਵਿਰੋਧ ਕਰਦੇ ਰਹਾਂਗੇ। ਹਰਿਆਣੇ ਦੇ ਵਿੱਚ ਜਿਹੜੀ ਇਹਨਾਂ ਦੀ ਸਰਸਾ ਤੋਂ ਲੋਕ ਸਭਾ ਮੈਂਬਰ ਹੈ ਸੁਨੀਤਾ ਦੁੱਗਲ, ਉਹਨੇ ਕਈ ਵਾਰੀ ਯਤਨ ਕੀਤੇ, ਉਹ ਜਿੰਨੀ ਵਾਰੀ ਵੀ ਉਹਨੇ 3 4 5 ਵਾਰੀ ਯਤਨ ਕੀਤੇ, ਕਿਸਾਨਾਂ ਨੇ ਹਰ ਵਾਰੀ ਉਹਦਾ ਘਰਾਓ ਕੀਤਾ। ਇਸੇ ਤਰੀਕੇ ਨਾਲ ਦੁਸ਼ਯੰਤ ਵਾਲਾ ਜਦੋਂ ਵੀ ਸਰਸਾ ਗਏ, ਪਹਿਲਾਂ ਤਾਂ ਜਾਂਦੇ ਹੀ ਨਹੀਂ ਸੀ, ਹੁਣ ਗਏ ਸੀ ਪਹਿਲੇ ਆਪਣੇ ਹੋਲੀ ਦੇ ਤਿਉਹਾਰ ਤੇ ਲੱਡੂ ਵੰਡਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਬੰਦ ਕਰਾਏ ਕਿਸਾਨਾਂ ਨੇ। ਫਿਰ ਉਹ ਤੋਂ ਬਾਅਦ ਉਹ ਆਪਣੇ ਉਚਾਣਾ ਗਏ, ਜਾਂ ਪਿਛਲੇ ਦਿਨੀ ਉਹ ਉੱਥੇ ਜਿਹੜਾ ਹਿਸਾਰ ਗਏ, ਹਿਸਾਰ ਦੇ ਜਿਹੜਾ ਹਵਾਈ ਅੱਡਾ ਹੈ ਉਹਦੇ ਤੋਂ ਨਹੀਂ ਬਾਹਰ ਨਿਕਲ ਸਕੇ, ਪ੍ਰੋਗਰਾਮ ਰੱਦ ਕਰਕੇ ਜਾਂ ਆਨਲਾਈਨ ਚਲਾ ਕੇ ਆ ਗਏ। ਮਤਲਬ ਕਿਸਾਨਾਂ ਨੇ ਉਹਨਾਂ ਦਾ ਬੈਰੀਕੇਡਿੰਗ ਜਿੱਥੇ ਕੀਤੀ ਹੋਈ ਸੀ ਪੁਲਿਸ ਦੀ, 2 ਥਾਵਾਂ ਤੋਂ ਬੈਰੀਕੇਡਿੰਗ ਵੀ ਤੋੜੀ, ਉਹ ਤਾਂ ਪਿੱਛੇ ਉਹਨਾਂ ਦਾ ਕੀਤਾ। ਇਸ ਕਰਕੇ ਉਹਨਾਂ ਨੂੰ ਵੀ ਇਵੇਂ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਹ ਬਹੁਤਾ ਸਮਾਂ ਚੰਡੀਗੜ੍ਹ ਗੁਜ਼ਾਰਦੇ ਆ। ਬਾਕੀ ਵੀ ਬੀਜੇਪੀ ਦੀ ਲੀਡਰਸ਼ਿਪ, ਜਿਹੜੇ ਹਰਿਆਣੇ ਦੇ ਮੰਤਰੀ ਆ, ਉਹ ਬਾਹਰ ਅੰਦਰ ਜਾਣ ਦੀ ਥਾਂ ਤੇ ਰਾਜਧਾਨੀ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਹਰ ਰੋਜ਼ ਅਵੇਲੇਬਲ ਹੋਣਗੇ, ਜਦੋਂ ਮਰਜ਼ੀ ਮਿਲੋ। ਪਹਿਲਾਂ ਉਹ ਆਪਣੇ ਹਲਕਿਆਂ 'ਚ ਰਹਿੰਦੇ ਸੀ ਜਾਂ ਸ਼ਹਿਰਾਂ 'ਚ ਰਹਿੰਦੇ ਸੀ, ਅੱਜ ਕੱਲ੍ਹ ਉਹ ਚੰਡੀਗੜ੍ਹ 'ਚ ਰਹਿੰਦੇ ਆ। ਜੇ ਆਪਣੇ ਸ਼ਹਿਰਾਂ 'ਚ ਜਾਣ ਤਾਂ ਘਰਾਂ 'ਚ ਹੀ ਰਹਿੰਦੇ ਆ। ਇਹ ਹਾਲਤ ਹੈਗੀ ਆ। ਦੋਨਾਂ ਸੂਬਿਆਂ ਦੇ ਵਿੱਚ ਬੁਨਿਆਦੀ ਤੌਰ ਤੇ ਫਰਕ ਇਹੀ ਆ ਕਿ ਹਰਿਆਣੇ ਦੇ ਵਿੱਚ ਬੀਜੇਪੀ ਤੇ ਜਨ ਨਾਇਕ ਜਨਤਾ ਪਾਰਟੀ ਦੀ ਸਰਕਾਰ ਆ, ਉਹ ਸਰਕਾਰ ਦੇ ਚੱਲਦਿਆਂ ਉਹ ਚਾਹੁੰਦੇ ਕਿ ਆਪਣੀ ਜਿਹੜੀ ਹੈ ਗੱਲ ਚਲਾਈ ਜਾਵੇ, ਲੋਕਾਂ ਨੂੰ ਦੱਸਿਆ ਜਾਵੇ ਸਾਡੀ ਸਰਕਾਰ ਹੈ। ਕਿਸਾਨ ਕਹਿੰਦੇ ਤੁਹਾਡੀ ਭਾੜ 'ਚ ਜਾਵੇ ਸਰਕਾਰ, ਅਸੀਂ ਜਿੰਨਾ ਚਿਰ ਖੇਤੀ ਕਾਨੂੰਨ ਤੁਸੀਂ ਵਾਪਸ ਨਹੀਂ ਲੈਂਦੇ ਉਹਨਾਂ ਚਿਰ ਅਸੀਂ ਤੁਹਾਡੀ ਗੱਲ ਨਹੀਂ ਸੁਣਨ ਵਾਲੇ, ਤੁਹਾਡਾ ਡਟ ਕੇ ਵਿਰੋਧ ਕਰਾਂਗੇ। ਤੁਸੀਂ ਕੇਸ 1 ਨਹੀਂ 2 ਨਹੀਂ, ਪਹਿਲਾਂ ਵੀ ਤੁਸੀਂ ਸਾਡੇ ਤੇ ਧਾਰਾ 307 ਦੇ ਕੇਸ ਦਰਜ ਕੀਤੇ, ਜਦੋਂ ਕਿਸਾਨ 26 ਨਵੰਬਰ ਨੂੰ ਹਰਿਆਣੇ ਦੇ ਵਿੱਚ ਦਾਖਲ ਹੋਏ ਸੀਗੇ। ਕਾਫੀ ਸਾਰੇ ਕੇਸ ਦਰਜ ਕੀਤੇ ਗਏ, ਇੱਥੇ ਵੀ ਕੀਤੇ ਗਏ। ਫਿਰ ਉਹ ਜਿਹੜੇ ਮੁੰਡੇ ਨੇ ਜਿਹੜਾ ਪਾਣੀ ਵਾਲਾ ਜਿਹੜਾ ਵਿਚਾਰਾ ਮਾਰ ਰਿਹਾ ਸੀ, ਉਹ ਬੰਦ ਕਰਤਾ ਸੀ, ਪਾਣੀ ਬੰਦ ਕਰਤਾ ਸੀ, ਉਹਦੇ ਖਿਲਾਫ ਵੀ ਕੇਸ ਕੀਤੇ ਗਏ। ਮਤਲਬ ਹਰਿਆਣੇ ਦੇ ਵਿੱਚ ਬਹੁਤ ਸਾਰੇ ਕੇਸ ਪਹਿਲਾਂ ਵੀ ਦਰਜ ਕੀਤੇ ਗਏ, ਹੁਣ ਵੀ ਲਗਾਤਾਰ ਦਰਜ ਕੀਤੇ ਜਾ ਰਹੇ। ਜਦੋਂ ਹਰਿਆਣੇ ਦੇ ਵਿੱਚ ਜਿਹੜਾ ਟਿਕਰੀ ਬਾਰਡਰ ਤੇ ਕਿਸਾਨਾਂ ਨੇ ਟਿਊਬਵੈੱਲ ਲਾਇਆ ਸੀ, ਉਸ ਦਿਨ ਵੀ ਕੇਸ ਦਰਜ ਕੀਤਾ ਗਿਆ ਸੀ। ਉਹ ਤੋਂ ਇਲਾਵਾ ਇੱਕ ਮਕਾਨ ਬਣਾਇਆ ਸੀਗਾ ਕਿਸਾਨਾਂ ਨੇ, ਉਦੋਂ ਵੀ ਕੇਸ ਦਰਜ ਕੀਤਾ ਗਿਆ। ਸੋ ਹਰਿਆਣੇ ਦੇ ਵਿੱਚ ਕੇਸ ਦਰਜ ਕਰਨ ਦੀ ਨਵੀਂ ਪ੍ਰਥਾ ਨਹੀਂ ਹੈਗੀ, ਕੇਸ ਪਹਿਲਾਂ ਤੋਂ ਦਰਜ ਕੀਤੇ ਜਾ ਰਹੇ ਆ। ਪਰ ਉਹਨਾਂ ਨੂੰ ਬਾਹਰ ਅੰਦਰ ਜਾਣ ਦੀ ਜਿਹੜੀ ਦਿੱਕਤ ਹੈ, ਕਿਸਾਨ ਜਿਹੜੇ ਉਹਨਾਂ ਦਾ ਵਿਰੋਧ ਕਰ ਰਹੇ, ਇਸ ਕਰਕੇ ਕਾਲੇ ਝੰਡੇ ਦਿਖਾਉਂਦੇ ਆ, ਨਾਅਰੇਬਾਜ਼ੀ ਕਰਦੇ ਆ, ਤੇ ਵਿਰੋਧ ਜਿਹੜਾ ਘਟ ਨਹੀਂ ਰਿਹਾ, ਵਿਰੋਧ ਲਗਾਤਾਰ ਵੱਧਦਾ ਜਾ ਰਿਹਾ। ਇਹਨਾਂ ਨੂੰ ਇਹ ਸੀ ਹੁਣ ਕਣਕ ਦੀ ਕਟਾਈ ਆ ਗਈ ਹੈ, ਸ਼ਾਇਦ ਇਹਦੇ ਕਰਕੇ ਕੋਈ ਬਚਾਅ ਹੋ ਜਾਏ ਨਾ, ਕਟਾਈ ਦੇ ਵਿੱਚ ਵੀ ਉਹਨਾਂ ਦਾ ਵਿਰੋਧ ਜਿਹੜਾ ਬਰਕਰਾਰ ਹੈ, ਉਸੇ ਤਰ੍ਹਾਂ ਹੀ ਜਾਰੀ ਹੈ, ਸਗੋਂ ਵੱਧ ਰਿਹਾ। ਕਿਸਾਨਾਂ ਦੇ ਵਿੱਚ ਲਗਾਤਾਰ ਗੁੱਸਾ ਵੱਧ ਰਿਹਾ। ਇਸ ਕਰਕੇ ਵੀ ਗੁੱਸਾ ਵੱਧ ਰਿਹਾ ਕਿ ਕਿਸਾਨਾਂ ਨੂੰ ਲੱਗਦਾ ਵੀ ਸਾਡੇ ਜਿਹੜੇ ਆ 350 350 ਤੱਕ ਕਿਸਾਨਾਂ ਦੀ ਹੁਣ ਤੱਕ ਮੌਤ ਹੋ ਗਈ ਹੈ। ਬੀਜੇਪੀ ਆਗੂ ਜਿਹੜੇ ਆ ਇਹਦੇ ਬਾਰੇ ਉਲਟੀ ਸਿੱਧੀ ਬਿਆਨਬਾਜ਼ੀ ਕਰਦੇ ਆ, ਬਾਅਦ ਦੇ ਵਿੱਚ ਵਿਡਰਾ ਵੀ ਕਰ ਲੈਂਦੇ ਆ। ਇਹਦੇ ਤੋਂ ਵੀ ਕਿਸਾਨਾਂ ਨੂੰ ਇਸ ਗੱਲ ਦੀ ਚਿੰਤਾ ਵੀ ਇਹਨਾਂ ਦੇ ਇੱਕ MLA ਦੇ ਉੱਪਰ ਜਾਂ ਕਿਸੇ ਹੋਰ ਦੇ ਉੱਪਰ ਮਾੜੀ ਮੋਟੀ ਉਹਦੀ ਗਰਦ ਝੜ ਜਾਵੇ, ਉਹਦੇ ਬਾਰੇ ਕੁਝ ਗੱਲ ਕਹਿ ਦਿੱਤੀ ਜਾਵੇ, ਜਿਵੇਂ ਮਲੋੜ ਦੇ ਵਿੱਚ ਹੋ ਗਿਆ ਸੀਗਾ। ਇਹ ਜ਼ਿਆਦਾ ਵਿਰੋਧ ਕਰਦੇ ਆ, ਪਰ ਜਿਹੜੇ ਸਾਡੇ ਕਿਸਾਨ ਮਾਰੇ ਗਏ ਉਹਨਾਂ ਬਾਰੇ ਇਹਨਾਂ ਨੂੰ ਕੋਈ ਚਿੰਤਾ ਨਹੀਂ। ਅਸੀਂ ਜਿਹੜੀ ਠੰਡ ਕੱਟੀ ਉਹਦਾ ਕੋਈ ਇਹਨਾਂ ਨੂੰ ਚਿੰਤਾ ਨਹੀਂ, ਜਿਹੜੀ ਹੁਣ ਅਸੀਂ ਗਰਮੀ ਦਾ ਸਾਹਮਣਾ ਕਰਨਾ ਉਹਦਾ ਵੀ ਇਹਨਾਂ ਨੂੰ ਕੋਈ ਚਿੰਤਾ ਨਹੀਂ ਗੀ। ਇਸ ਕਰਕੇ ਆਪਣੇ ਆਪ ਨੂੰ ਇਹ ਝੂਠੇ ਦਾਅਵੇਦਾਰੀ ਪੇਸ਼ ਕਰਦੇ ਆ, ਝੂਠੇ ਲਾਰੇ ਜਿਹੜੇ ਸਾਨੂੰ ਲਾਉਂਦੇ ਆ। ਮਤਲਬ ਜਿਵੇਂ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਵੀ ਰੋਜ਼ ਪੈਦਾ ਹੋ ਰਿਹਾ ਵੀ ਇਹ ਸਾਨੂੰ ਕਹਿੰਦੇ ਵੀ ਅਸੀਂ ਆਮਦਨ ਦੁੱਗਣੀ ਕਰ ਦਾਂਗੇ। ਆਮਦਨ ਦੁੱਗਣੀ ਹੋਣ ਦੀ ਥਾਂ ਤੇ ਪਹਿਲਾਂ ਵਾਲੀ ਆਮਦਨ ਵੀ ਘਟਦੀ ਜਾ ਰਹੀ ਹੈ। ਮਤਲਬ ਇਨਪੁਟ ਕਾਸਟ ਜਿਹੜੀ ਆ ਉਹ ਲਗਾਤਾਰ ਵਧ ਰਹੀ ਹੈ ਤੇ ਖਰਚੇ ਵਧ ਰਹੇ ਆ, ਆਮਦਨ ਘਟਦੀ ਜਾ ਰਹੀ ਹੈ। ਜਿਵੇਂ ਅਚਨਚੇਤੀ ਜਿਹੜੇ ਨਰਮੇ ਦੇ ਬੀਜ ਵਧਾ ਦਿੱਤੇ, ਉਹਨਾਂ ਦੇ ਭਾਅ 'ਚ ਵਾਧਾ ਕਰ ਦਿੱਤਾ ਕਿ ਬੀਜਾਂ ਦੇ, ਉਹਦੇ ਨਾਲ ਹੋਰ ਖਰਚੇ ਵਧਣਗੇ। ਫਿਰ ਇਹਦੇ 'ਚ ਕੋਲਮ ਮਿਲਾ ਕੇ ਕਿਸਾਨਾਂ ਦੀ ਆਮਦਨ ਜਿਹੜੀ ਆ ਉਹ ਘਟ ਰਹੀ ਹੈ ਤੇ ਖਰਚੇ ਵਧ ਰਹੇ ਆ, ਤਾਂ 3 ਖੇਤੀ ਕਾਨੂੰਨਾਂ ਨਾਲ ਹੋਰ ਸਮੱਸਿਆਵਾਂ ਬਹੁਤ ਜ਼ਿਆਦੀਆਂ ਵੱਧ ਜਾਣਗੀਆਂ। ਇਸ ਕਰਕੇ ਕਿਸਾਨਾਂ ਦੇ ਵਿੱਚ ਲਗਾਤਾਰ ਬੀਜੇਪੀ ਦੀ ਲੀਡਰਸ਼ਿਪ ਦੇ ਰੋਸ ਹੈ, ਤੇ ਹਰਿਆਣੇ ਦੇ ਵਿੱਚ ਖਾਸ ਕਰਕੇ ਜਿਹੜਾ ਉਹ ਵਿਰੋਧ ਕਰਦੇ ਬੀਜੇਪੀ ਵਾਲੇ
ਉਹਦੇ ਕਰਕੇ ਵੀ ਕਿਸਾਨਾਂ ਦੇ ਵਿੱਚ ਹੋਰ ਰੋਸ 'ਚ ਵਾਧਾ ਹੋ ਰਿਹਾ ਜੀ। ਜੰਮੂ ਜੀ, ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਫੈਸਲੇ ਲਏ ਗਏ ਨੇ, ਭਾਵੇਂ ਕਿ ਪਿਛਲੀ ਸੱਤਾ ਦੀ ਗੱਲ ਹੋਵੇ ਜਾਂ ਇਸ ਸੱਤਾ ਦੀ ਗੱਲ ਹੋਵੇ, ਉਹਦੇ ਵਿੱਚ ਵੱਡਾ ਫੈਸਲਾ ਜਿਹੜਾ ਲਿਆ ਗਿਆ ਸੀ ਨੋਟਬੰਦੀ ਦਾ। ਨੋਟਬੰਦੀ ਦੀ ਇਹ ਵੀ ਇੱਕ ਜਿਹੜਾ ਤੱਥ ਹੈ, ਇੱਕ ਪਾਸੇ ਵਾਲਾ ਸਮਾਜਿਕ ਤੌਰ ਤੇ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਈਆਂ ਨੇ, ਬਿਨਾਂ ਕਿਸੇ ਸ਼ੱਕ ਤੋਂ ਬਹੁਤ ਸਾਰੇ ਆਰਥਿਕ ਤੌਰ ਤੇ ਸਮੱਸਿਆਵਾਂ ਨਾਲ ਜੂਝਣਾ ਪਿਆ। ਉਸ ਤੋਂ ਬਾਅਦ GST ਦੀ ਗੱਲ ਕੀਤੀ ਜਾਵੇ, ਉਸ ਤੋਂ ਬਾਅਦ ਲੋਕਡਾਊਨ। ਇਹਨਾਂ ਤਿੰਨਾਂ ਦੇ ਮੱਦੇ ਨਜ਼ਰ ਚੱਲਦੇ ਹੋਏ ਆਰਥਿਕ ਤੌਰ ਤੇ ਬਹੁਤ ਵੱਡੀ ਜਿਹੜੀ ਸੱਟ ਹੈ, ਜੇ ਉਹ ਨੀਵਾਂ ਵਰਗ ਹੋਵੇ ਜਾਂ ਜਿਹੜਾ ਮੱਧ ਵਰਗ ਹੈ, ਇਹਨਾਂ ਦੋਹਾਂ ਨੂੰ, ਉੱਪਰਲੇ ਵਰਗ ਦੀ ਜੇ ਗੱਲ ਛੱਡ ਦਿੱਤੀ ਜਾਵੇ, ਜਿਹੜਾ ਨੀਵਾਂ ਵਰਗ ਹੈ ਤੇ ਮੱਧ ਵਰਗ ਹੈ, ਦੋਹਾਂ ਨੂੰ ਆਰਥਿਕ ਤੌਰ ਤੇ ਬਹੁਤ ਵੱਡੀ ਸੱਟ ਲੱਗੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ। ਹੈਲੋ ਜੀ, ਕੌਣ ਬੋਲਦਾ ਜੀ? ਹਰਕਿਰਤ ਸਿੰਘ ਬਲ ਬੋਲਦਾ ਜੀ। ਤੁਹਾਡਾ ਨਾਮ? ਮੈਂ ਜਸਮੀਤ ਕੌਰ ਬਖਸ਼ੀ ਸੰਗਤ ਦੀ ਵੀ ਹੈ। ਹਾਂਜੀ ਹਾਂਜੀ, ਕੀ ਕਹਿਣਾ ਚਾਹੋਗੇ? ਮੈਂ ਗੁਰੂ ਗੋਬਿੰਦ ਸਿੰਘ ਜੀ ਦੇਣਾ। ਹਾਂਜੀ, ਮੈਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਮੈਸੇਜ ਦੇਣਾ। ਹਾਂਜੀ। ਉਹਨਾਂ ਨੇ ਕਿਹਾ ਕਿ ਕਿਸਾਨਾਂ, ਉਹਨਾਂ ਨੇ ਚਿੱਠੀਆਂ ਲਿਖਵਾਈਆਂ ਸੀ ਚੈਨਲਾਂ ਨੂੰ ਬਹੁਤ ਚਿਰ ਪਹਿਲੇ ਕਿ ਕਿਸਾਨਾਂ ਨੂੰ ਕਹੋ ਕਿ ਧਰਨੇ ਮਾਰਨੇ ਤੇ ਪ੍ਰੋਟੈਸਟ ਕਰਨਾ ਛੱਡਣ ਇੰਡੀਆ ਵਿੱਚ ਜੀ। ਤੇ ਉਹਨਾਂ ਨੇ ਨਹੀਂ ਹੁਣ ਤੱਕ ਵੀ ਛੱਡਿਆ ਤੇ ਉਹਨਾਂ ਦੀਆਂ ਫਸਲਾਂ ਹੁਣ ਤੱਕ ਹੋਈਆਂ ਨੇ ਤੇ ਉਹਨਾਂ ਨੂੰ ਸਜ਼ਾ ਮਿਲੀ ਹੈ। ਤੇ ਜਿਹੜੇ ਉਹਨਾਂ ਨੂੰ ਲੀਡਰ ਭੜਕਾ ਰਹੇ ਨੇ ਪ੍ਰੋਟੈਸਟ ਕਰਨ ਵਾਸਤੇ ਤੇ ਧਰਨੇ ਮਾਰਨ ਵਾਸਤੇ, ਬਾਦਲ ਵਰਗੇ, ਤੇ ਉਹਨਾਂ ਨੂੰ ਸਜ਼ਾ ਮਿਲਣ ਵਾਲੀ ਹੈ ਗੁਰੂ ਜੀ ਵੱਲੋਂ। ਗੁਰੂ ਗੋਬਿੰਦ ਸਿੰਘ ਜੀ ਹਾਜ਼ਰ ਨਾਜ਼ਰ ਨੇ, ਉਹ ਸਭ ਕੁਝ ਦੇਖ ਰਹੇ ਨੇ ਜੀ। ਧੰਨਵਾਦ ਜੀ। ਤੇ ਕਿਸਾਨਾਂ ਨੂੰ ਤੇ ਸਜ਼ਾ ਮਿਲੀ ਹੈ ਕਿ ਉਹਨਾਂ ਦੀ ਫਸਲਾਂ ਖਰਾਬ ਹੋਈਆਂ ਨੇ। ਜੰਮੂ ਜੀ, ਗੱਲ ਕਰ ਰਹੇ ਸੀ ਨੋਟਬੰਦੀ ਤੇ GST। ਨਹੀਂ, ਪਹਿਲਾਂ ਆਪਾਂ ਇਹਨਾਂ ਦੇ ਕਰ ਲਈ, ਕਾਲ ਆਈ ਹੈ, ਅਗਲੇ ਗੱਲ ਕਹੀ ਹੈ, ਸਾਨੂੰ ਇਹਦੇ ਬਾਰੇ ਸਪਸ਼ਟ ਹੋਣਾ ਚਾਹੀਦਾ। ਜਿਹੜਾ ਸੁਨੇਹਾ ਉਹ ਕਿਤੇ ਇੱਕ ਥਾਂ ਤੇ ਨਹੀਂ ਹੁੰਦਾ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਸੁਨੇਹੇ ਦੀ ਗੱਲ ਕਰ ਰਿਹਾ। ਜੇ ਆਇਆ ਹੋਵੇਗਾ ਤਾਂ ਪੂਰੀ ਖਲਕਤ ਲਈ ਆਇਆ ਹੋਵੇਗਾ ਨਾ। ਹੁਣ ਇਹ ਤਾਂ ਹੋ ਨਹੀਂ ਸਕਦਾ ਵੀ ਇਹਨਾਂ ਨੂੰ ਆ ਗਿਆ ਹੋਵੇ ਤੇ ਬਾਕੀਆਂ ਨੂੰ ਨਾ ਆਇਆ ਹੋਵੇ। ਇਹ ਕਹਿਣਾ ਵੀ ਧਰਨੇ ਮਾਰਨੇ ਛੱਡ ਦੇਣ ਜਾਂ ਆ ਕਰਨ ਛੱਡ ਦੇਣ, ਗੁਰਬਾਣੀ ਦੇ ਵਿੱਚ ਇਹ ਵੀ ਤਾਂ ਲਿਖਿਆ, ਆਪਣੇ ਹੱਥੀ ਆਪੇ ਕਾਜ ਸਵਾਰੀਏ। ਜੇ ਇੱਕ ਧੱਕਾ ਹੋ ਰਿਹਾ ਤੇ ਧੱਕੇ ਦੇ ਖਿਲਾਫ ਕਿੱਥੇ ਗੁਰਬਾਣੀ 'ਚ ਲਿਖਿਆ ਵੀ ਤੁਸੀਂ ਬੋਲਣਾ ਨਹੀਂ ਜੀ। ਅਲਟੀਮੇਟਲੀ ਤਾਂ ਸਿੱਖੀ ਜਿਹੜੀ ਹੈ ਇਸ ਗੱਲ 'ਚ ਚੱਲ ਜਾਂਦੀ ਹੈ ਤਲਵਾਰ ਉਠਾਉਣ ਤੱਕ, ਜੇ ਇਤਿਹਾਸ ਬਚਿਆ ਜਾਵੇ ਜੀ। ਸੋ ਇਹ ਕਹਿਣਾ ਇਹ ਗਲਤ ਹੈਗਾ। ਇਸ ਕਿਸਮ ਦੀ ਜਿਹੜੀ ਪਿਰਤ ਹੈ ਜਾਂ ਇਸ ਕਿਸਮ ਦਾ ਵੀ ਇਹਨਾਂ ਨੂੰ ਇਲਹਾਮ ਹੋਇਆ, ਮਤਲਬ ਸੁਨੇਹਾ ਇਹਨਾਂ ਨੂੰ ਹੈ, ਇਹ ਗਲਤ ਹੈ। ਇਸ ਕਿਸਮ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ। ਕਿਸਾਨਾਂ ਨੂੰ ਸਜ਼ਾ ਕੁਦਰਤੀ ਆਫਤ ਹੈ, ਕੁਦਰਤੀ ਆਫਤ ਕਿਤੇ ਵੀ ਆਉਂਦੀ, ਪਹਿਲੀ ਵਾਰ ਤਾਂ ਹੋਇਆ ਨਹੀਂ ਜੀ ਇਹ ਜੀ। ਹਾਂ, ਮਤਲਬ ਹਨੇਰੀ ਆ ਗਈ, ਮੀਂਹ ਪੈ ਗਿਆ ਜਾਂ ਗੜੇਮਾਰੀ ਹੋ ਗਈ, ਇਹ ਕੋਈ ਪਹਿਲੀ ਵਾਰੀ ਥੋੜੀ ਹੋਇਆ ਵੀ ਕੁਦਰਤ ਨੇ ਸਜ਼ਾ ਦਿੱਤੀ ਹੈ। ਹੁਣ ਕੱਲ ਨੂੰ ਕਰੋਨਾ ਨਾਲ ਮੌਤਾਂ ਹੁੰਦੀਆਂ ਜੀ, ਤੁਸੀਂ ਕਹੋ ਕੁਦਰਤੀ ਸਜ਼ਾ। ਕੁਦਰਤੀ ਸਜ਼ਾ ਪੂਰੀ ਦੁਨੀਆ 'ਚ ਹੈ। ਮਤਲਬ ਇਹ ਸਜ਼ਾ ਕਿਸ ਕਿਸਮ ਦੀ ਹੈਗੀ? ਸੋ ਇਸ ਕਿਸਮ ਦਾ ਜਿਹੜੀ ਗੱਲ ਕਰਨੀ, ਮੈਂ ਸਮਝਦਾ ਇਹ ਗੈਰ ਵਾਜਬ ਹੈ, ਗਲਤ ਹੈਗਾ। ਲੜਨ ਵਾਲੇ ਲੋਕਾਂ ਨੂੰ ਰੋਕਣਾ, ਸਿੱਖੀ ਦਾ ਸਿਧਾਂਤ ਹੀ ਇਹ ਹੈਗਾ ਵੀ ਤੁਸੀਂ ਜਿਹੜਾ ਅਨਿਆਏ ਹੈ ਉਹਦੇ ਖਿਲਾਫ ਲੜਨਾ ਜੀ, ਉਹਦੇ ਖਿਲਾਫ ਮੈਦਾਨ ਦੇ ਵਿੱਚ ਡਟਣਾ। ਇਹ ਕਿੱਥੇ ਲਿਖਿਆ? ਮਤਲਬ ਇਹ ਗੱਲ ਦੱਸਣੀ ਚਾਹੀਦੀ ਇਹਨਾਂ ਨੂੰ ਜੀ ਵੀ ਕਿੱਥੇ, ਕਿਉਂ ਗੁਰੂ ਸਾਹਿਬ ਨੇ ਕਹਿਤਾ। ਮਤਲਬ ਇਹ ਗੱਲਾਂ ਜਿਹੜੀਆਂ ਗੈਰ ਵਾਜਬ ਨੇ। ਗੁਰੂ ਮਹਾਰਾਜ ਦੀ ਵੀ ਤੋਹਾਈਨ ਹੈ ਨਾ, ਜਿਹੜੇ ਸ਼ਬਦ ਇਸ ਤਰ੍ਹਾਂ ਦੇ ਵਰਤਨੇ। ਅਸੀਂ ਅਪੀਲ ਕਰਦੇ ਹਾਂ ਕਿ ਜਿਹੜੇ ਸ਼ਬਦ ਆ ਪੂਰੀ ਸੋਚ ਸਮਝ ਦੇ ਨਾਲ ਵਰਤਣੇ ਚਾਹੀਦੇ ਆ, ਤਾਂ ਜੋ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ। ਅਸੀਂ ਮੰਨਦੇ ਹਾਂ ਤੁਹਾਡੇ ਵਿਚਾਰ ਮਹੱਤਵਪੂਰਨ ਹੁੰਦੇ ਆ, ਪਰ ਉਹਨਾਂ ਵਿਚਾਰਾਂ ਦੇ ਵਿੱਚ ਤਰਕ ਹੋਣੀ ਚਾਹੀਦੀ ਹੈ, ਦਲੀਲ ਹੋਣੀ ਚਾਹੀਦੀ ਹੈ, ਤਾਂ ਜੋ ਵਾਜਬ ਮੰਨੇ ਜਾਣ। ਇਸ ਕਰਕੇ ਅਸੀਂ ਇਹੀ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ, ਜਜ਼ਬਾਤੀ ਹੋਣਾ ਤੇ ਦਲੀਲ ਦੇ ਨਾਲ ਗੱਲ ਕਰਨੀ, ਇਹਨਾਂ ਦੇ ਵਿੱਚ ਫਰਕ ਹੁੰਦਾ ਹੈ। ਜਜ਼ਬਾਤੀ ਹੋਣ ਦੀ ਥਾਂ ਪੂਰੀ ਸੋਚ ਸਮਝ ਕੇ ਪਹਿਲਾਂ ਵੱਖ ਹਰ ਇੱਕ ਜਿਹੜਾ ਮਸਲਾ, ਹਰ ਇੱਕ ਗੱਲ ਆ, ਉਹਨੂੰ ਇੱਕ ਪੱਖ ਤੋਂ ਵਾਚਣ ਦੀ ਜਗ੍ਹਾ ਬਹੁ ਪਰਤੀ ਜੇ ਦੇਖਿਆ ਜਾਵੇ ਤਾਂ ਉਹ ਜ਼ਿਆਦਾ ਵਧੀਆ ਰਹਿੰਦਾ। ਜੰਮੂ ਜੀ ਗੱਲ ਕਰ ਰਹੇ ਸੀ ਕਿ ਆਰਥਿਕ ਤੌਰ ਤੇ ਜਿਹੜਾ ਮੱਧ ਵਰਗ ਤਾਂ ਨੀਵਾਂ ਵਰਗ ਆ, ਉਦੋਂ ਸੱਟ ਲੱਗੀ ਆ ਬਿਨਾਂ ਕਿਸੇ ਸ਼ੱਕ ਤੋਂ। ਪਰ ਸਰਕਾਰ ਦੀ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਲੋਕਾਂ ਨੂੰ ਸਹਿਯੋਗ ਦੇਣਾ। ਪਰ ਜਿਹੜੇ ਇਸ ਵੇਲੇ ਹਾਲਾਤ ਨੇ ਆਰਥਿਕ ਤੌਰ ਤੇ ਹੋਰ ਮਾੜੇ ਹੁੰਦੇ ਜਾ ਰਹੇ ਨੇ, ਮਹਿੰਗਾਈ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ। ਪੰਜਾਬ ਦੇ ਵਿੱਚ ਪੈਟਰੋਲ ਡੀਜ਼ਲ ਦਾ ਜਿਹੜਾ ਵਾਧਾ ਹੋਰ ਵੇਖਣ ਨੂੰ ਮਿਲਿਆ। ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਜੀ ਬ੍ਰੇਕ ਤੋਂ ਬਾਅਦ। ਇਸ ਵੇਲੇ ਬ੍ਰੇਕ ਦਾ ਸਮਾਂ ਹੋ ਗਿਆ ਜੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।